मोदी सरकार मुर्दाबाद 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 देश वेचण वाला मोदी मुर्दाबाद मुर्दाबाद मुर्दाबाद। ਵੇਖੋ ਸਰਕਾਰ ਦਾ ਫੈਸਲਾ ਕਿਸਾਨ ਮਾਰੂ ਫੈਸਲਾ ਵਾ। ਕਿਸਾਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਆ ਤੇ ਕਿਸਾਨਾਂ ਦੀ ਜਿਹੜੀ ਆਰਥਿਕਤਾ ਪ੍ਰਭਾਵਿਤ ਹੋਊਗੀ। ਹੁਣ ਇਹਨਾਂ 10 ਦਿਨਾਂ 'ਚ ਕੀ ਕਰਨਾ? ਉੱਥੋਂ ਯੂਪੀ 'ਚੋਂ ਝੋਨਾ ਐਮਪੀ 'ਚੋਂ ਲਿਆਉਣਗੇ, ਇੱਥੇ ਲਿਆ ਕੇ ਪੰਜਾਬ ਦੀਆਂ ਮੰਡੀਆਂ 'ਚ ਵੇਚਣਗੇ ਤੇ ਉਹ ਆਪਣਾ ਪੂਰਤੀ ਜਿਹੜੀ ਕਰਨਗੇ। ਤੇ ਕੱਲ ਵੀ ਮੈਨੂੰ ਇੱਕ ਰਿਸ਼ਤੇਦਾਰ ਫੋਨ ਕਰਨ ਡਿਆ, ਮੰਡੀ ਗਏ, ਚਲੋ ਝੋਲੀਆਂ ਭਰ ਕੇ ਆਓਗੇ, ਜੇਬੇ ਭਰ ਲਿਆ। ਤੇ ਮੈਂ ਇਹਨਾਂ ਨੂੰ ਫੋਨ ਮੈਂ ਵੀ ਇਹ ਤੇ 2 ਸਾਲ ਜੇਬੇ ਸਾਡਾ ਕਰਜ਼ਾ ਨਹੀਂ ਲੱਥਣਾ, ਜੇਬੇ ਕੀ ਭਰਨੇ ਆ। ਦੇਸ਼ ਭਰ ਦੀਆਂ ਦਾਣਾ ਮੰਡੀਆਂ ਦੇ ਵਿੱਚ ਜਿੱਥੇ ਇਸ ਵੇਲੇ ਸੀਜ਼ਨ ਪੂਰੇ ਜੋਬਨ ਤੇ ਚੜ੍ਹਦਾ ਹੋਇਆ ਦਿਖਾਈ ਦੇ ਰਿਹਾ ਹੈ, ਉੱਥੇ ਹੀ ਸਰਕਾਰ ਨੇ ਸਰਕਾਰੀ ਖਰੀਦ ਨੂੰ ਅੱਗੇ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ। ਤਾਂ ਜਥੇਬੰਦੀਆਂ ਦੇ ਵਿੱਚ ਕਿਸਾਨਾਂ ਦੇ ਵਿੱਚ ਰੋਸ ਹੈ, ਕਿਉਂਕਿ ਅੱਜ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਸੀ, ਪਰ ਬੀਤੀ ਰਾਤ ਇੱਕ ਲੈਟਰ ਆਉਂਦੀ ਹੈ ਤਾਂ ਉਸ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਹੈ ਕਿ ਬਾਰਿਸ਼ ਦੇ ਕਰਕੇ ਇਸ ਖਰੀਦ ਨੂੰ ਅੱਗੇ ਪਾਇਆ ਜਾਂਦਾ ਹੈ। ਹਾਲਾਂਕਿ ਬਾਰਿਸ਼ ਹਰ ਵਾਰੀ ਹੁੰਦੀ ਹੈ, ਇਸ ਵਾਰ ਕੋਈ ਨਵੀਂ ਬਾਰਿਸ਼ ਨਹੀਂ ਹੈ, ਪਰ ਬਹੁਤ ਸਾਰੇ ਸਵਾਲ ਸੁਭਾਵਿਕ ਉੱਠ ਰਹੇ ਨੇ ਕਿ ਕਿਉਂ 10 ਦਿਨ ਲੇਟ ਜਿਹੜਾ ਇਹ ਖਰੀਦ ਕੀਤੀ ਜਾ ਰਹੀ ਹੈ। ਤਾਂ ਸਾਡੇ ਨਾਲ ਕਿਸਾਨ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਚੀਤਾ ਸਾਹਿਬ, ਕਿਵੇਂ ਦੇਖਦੇ ਹੋ ਸਰਕਾਰ ਦੇ ਇਸ ਫੈਸਲੇ ਨੂੰ? ਵੇਖੋ ਸਰਕਾਰ ਦਾ ਫੈਸਲਾ ਕਿਸਾਨ ਮਾਰੂ ਫੈਸਲਾ ਵਾ। ਕਿਸਾਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਆ ਤੇ ਕਿਸਾਨਾਂ ਦੀ ਜਿਹੜੀ ਆਰਥਿਕਤਾ ਪ੍ਰਭਾਵਿਤ ਹੋਊਗੀ। ਕਿਸਾਨਾਂ ਦੇ ਜਿਹੜੀ ਵੇਖੋ ਇਨਕਮ ਆ, ਅੱਗੇ ਹੀ ਵੱਲੋਂ ਖੁਦਕੁਸ਼ੀਆਂ ਕਿਸਾਨ ਕਰਨ ਡਿਆ ਤੇ ਜਿਹੜੇ 10 ਦਿਨ ਗਾਂਹ ਲੈ ਜਾਣੇ ਆ, ਜਿਹਦਾ ਮਤਲਬ ਕਿਤੇ ਨਾ ਕਿਤੇ ਕਿਸਾਨ ਨੂੰ ਵਾਂਝਾ ਕਰਨਾ ਵਾ, ਜਿਹੜੀ ਸਰਕਾਰੀ ਖਰੀਦ ਤੋਂ ਵਾਂਝਾ ਕਰਨਾ। ਜਦੋਂ ਫਸਲ ਪੱਕਦੀ, ਜਿਹੜੀ ਡੇਟ ਇਹਨਾਂ ਸਾਨੂੰ ਦਿੱਤੀ 10 ਜੂਨ ਦਿੱਤੀ ਆ, ਉਹ ਤੋਂ ਲਾ ਕੇ ਅੱਜ ਤੱਕ ਦਾ ਜਿਹੜਾ 4 ਮਹੀਨੇ ਦਾ ਸਮਾਂ ਵਾ, 4 ਮਹੀਨੇ ਤੋਂ ਪਹਿਲਾਂ ਤਾਂ ਝੋਨਾ ਸਾਡਾ ਪੱਕ ਜਾਂਦਾ। 3 ਮਹੀਨੇ ਦੀ ਫਸਲ ਹੁੰਦੀ ਝੋਨਾ, ਉਹ 3.5 ਮਹੀਨੇ ਵੀ ਲੇਟ ਵੈਰਾਈਟੀਆਂ ਲੈ ਜਾਂਦੀਆਂ। ਜਦੋਂ ਝੋਨਾ ਸਾਡਾ ਪੱਕ ਕੇ ਤਿਆਰ ਹੋਇਆ, ਇਹ ਸਾਂਭਣ ਵਾਲੀ ਤੇ ਚੀਜ਼ ਨਹੀਂ ਜਿਹੜੀ ਸਾਂਭ ਲਾਂਗੇ। ਜਿਹੜਾ ਝੋਨੇ ਨੂੰ ਗਾਂਹ ਖਰੀਦਣਾ, ਕਿਤੇ ਨਾ ਕਿਤੇ ਸਾਨੂੰ ਉਹ ਜਿਹੜੀ ਸਰਕਾਰੀ ਲਿਮਟ ਆ, ਸਾਨੂੰ ਪਹੁੰਚ ਮਤਲਬ ਆਨਾ ਬਾਨਾ, ਮਤਲਬ ਸਿੱਧੇ ਰੂਪ 'ਚ ਨਹੀਂ, ਅਸਿੱਧੇ ਰੂਪ 'ਚ ਸਾਨੂੰ ਮਨਾ ਕਰਤਾ ਵੀ ਤੁਸੀਂ ਇਹ ਸਰਕਾਰੀ ਲਿਮਟ ਸਾਡੇ ਅੱਗੇ 3200 ਕਰੋੜ ਰੁਪਈਆ ਵਾ, ਜਿਹੜੀ ਪਿਛਲੇ ਸਾਲ ਸਾਨੂੰ ਮਿਲੀ ਸੀ। ਉਹਦੇ ਵਿੱਚ ਵੀ ਅਸੀਂ ਪਿਛਲੇ ਸਾਲ ਵੇਖਿਆ ਵਾ ਵੀ ਜਿਹੜੇ ਸਾਡੇ ਸਿਆਸੀ ਲੋਕ ਆ, ਉਹਨਾਂ ਨੇ 10-15 ਸਾਲ ਤੋਂ ਲੰਮੇ ਸਮੇਂ ਤੋਂ ਧੰਦਾ ਕਰ ਰਹੇ ਆ। ਅਸੀਂ ਜੇ ਆਪਣੀ ਗੱਲ ਕਰੀਏ, ਮੈਂ ਨਾਂ ਲੀਡਰਾਂ ਦੇ ਨਾਂ ਵੀ ਲੈ ਦਿੰਦਾ। ਸਾਡੇ ਲਾਗੇ ਜੇ ਆਪਣੀ ਅੰਮ੍ਰਿਤਸਰ ਟੂਰ ਪਲਾਜ਼ੇ ਲਾਗੇ ਉੱਥੇ ਧਰਨਾ ਲਾਇਆ ਸੀ, ਉੱਥੇ ਓਪੀ ਸੋਨੀ ਜਿਹੜਾ ਆਂਦਾ, ਜਿਹਨੂੰ ਅੱਜ ਡਿਪਟੀ ਸੀਐਮ ਬਣਾਇਆ ਵਾ, ਇਹਨੇ ਗੁਰਖ ਧੰਦਾ ਚਲਾਉਂਦਾ ਰਿਹਾ। ਇਹ ਯੂਪੀ ਦੇ ਵਿੱਚੋਂ 800 ਰੁਪਏ ਨੂੰ ਝੋਨਾ ਖਰੀਦਦਾ ਰਿਹਾ ਤੇ 135 ਰੁਪਏ ਦਾ ਖਰਚਾ ਆਉਂਦਾ ਰਿਹਾ ਵਾ ਇੱਥੇ ਇਹ ਟਰਾਂਸਪੋਰਟ ਦਾ, ਤੇ 935 ਰੁਪਏ ਨੂੰ ਪਹੁੰਚ ਇੱਥੇ ਪੈਂਦਾ ਸੀ। 1800 ਤੇ 88 ਰੁਪਏ ਵੇਚਦਾ ਰਿਹਾ, ਮਤਲਬ 1000 ਰੁਪਈਆ ਕਮਾਉਂਦਾ ਰਿਹਾ ਕੁਆਂਟਲ ਮਗਰ। ਨਾ ਇਹਨੇ ਖਾਦ ਪਾਈ, ਨਾ ਵੱਢਿਆ, ਨਾ ਪਾਲਿਆ। ਇਹਨੇ ਬੰਦੇ ਨੇ ਉੱਥੋਂ ਝੋਨਾ ਲਿਆ ਕੇ ਇੱਥੇ ਵੇਚ ਲਿਆ। ਉਹ ਕਿਸਾਨ ਵੀ ਮਾਰੇ ਗਏ ਯੂਪੀ ਦੇ, ਤੇ ਸਾਡੇ ਵਾਲਾ ਕਿਸਾਨ ਵੀ ਮਾਰਿਆ ਗਿਆ। ਸਾਡੇ ਵਾਲਾ ਕਿਸਾਨ ਜਿਹੜਾ ਸਾਨੂੰ ਲਿਮਟ ਜਿਹੜੀ ਸਰਕਾਰੀ ਮਿਲਣੀ ਸੀ, ਉਹ ਵੀ ਇਹਨੇ ਪਹਿਲੋਂ ਅਗੇਤਾ ਲਿਆ ਕੇ ਝੋਨਾ ਨੇ ਵੇਚ ਲਿਆ, ਸਾਨੂੰ ਨਾ ਮਿਲਿਆ। ਯੂਪੀ 'ਚ ਦੋਹਰਾ ਝੋਨਾ ਹੁੰਦਾ ਵਾ, ਇੱਕ ਵਾਰ ਝੋਨਾ ਵਿਕਣ ਡਿਆ, ਦੋਹਰਾ ਫੇਰ ਉਹਨਾਂ ਬੀਜ ਦੇਣਾ। ਇਸ ਕਰਕੇ ਉਹ ਵੀ ਮਾਰੇ ਗਏ ਕਿਸਾਨ, ਤੇ ਕਿਸਾਨ ਸਾਡੇ ਵਾਲਾ ਵੀ ਮਾਰਿਆ ਗਿਆ। ਇਹ ਸਰਕਾਰ ਨੂੰ ਵੇਖੋ, ਆਪਣੇ ਜਿਹੜੇ ਸਰਕਾਰ ਆਪਣੇ ਆਪ ਨੂੰ ਪਾਲਦੀ ਆ। ਸਰਕਾਰ ਨੇ ਸਰਕਾਰੀ ਖਜ਼ਾਨੇ 'ਚੋਂ ਪੈਸਾ ਕਢਾਉਣਾ ਤੇ ਆਪ ਖਾਣਾ, ਤੇ ਇਹ ਬਸ ਇਹੋ ਜਿਹੇ ਜਿਹੜੇ ਨੀਤੀਆਂ, ਇਹੋ ਜਿਹੇ ਜਿਹੜੇ ਸਾਡੇ ਕਾਨੂੰਨ ਆ, ਤੇ ਸਾਡਾ ਜਿਹੜਾ ਫੇਰ ਬਦਲ ਕੀਤਾ ਵਾ 10 ਦਿਨਾਂ ਦਾ, ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਕਿਸਾਨਾਂ ਨੂੰ। ਉਹਦੇ ਵਿੱਚ ਦੱਸਿਆ ਗਿਆ ਇੱਕ ਲੈਟਰ ਦੇ ਵਿੱਚ ਕਿ ਬਾਰਿਸ਼ ਦੇ ਕਰਕੇ ਕੀਤਾ ਗਿਆ। ਬਾਰਿਸ਼ ਤਾਂ ਕੋਈ ਨਵੀਂ ਨਹੀਂ, ਇਸ ਤੋਂ ਪਹਿਲਾਂ ਵੀ ਬਾਰਿਸ਼ਾਂ ਹੁੰਦੀਆਂ ਆਈਆਂ ਨੇ। ਤੁਹਾਨੂੰ ਲੱਗਦਾ ਕਿ ਜਿਹੜੀ ਗੱਲ ਉਹਨਾਂ ਨੇ ਕੀਤੀ ਉਹ ਜਾਇਜ਼ ਹੈ? ਨਹੀਂ, ਬਰਸਾਤ ਤੇ ਵੇਖੋ, ਕੋਈ ਬਰਸਾਤ ਤੇ ਨਾਲੇ ਅੱਜ ਪਿਛਲੇ ਸਾਲ ਕਿੰਨੀ ਸੀ, ਐਤਕਾਂ ਤੇ ਹੈ ਹੀ ਨਹੀਂ। ਕਿਤੇ ਦੱਸੋ ਬਰਸਾਤ ਹੈਗੀ ਆ? ਐਤਕਾਂ ਝੋਨੇ ਦੀ ਆ ਜਿਹੜੀ ਆਪਣਾ ਮਟਰਾਂ ਦੀ, ਆਲੂਆਂ ਦੀ ਬਿਜਾਈ ਹੁੰਦੀ ਹੈ, ਇਸ ਵਕਤ ਤਕਰੀਬਨ ਹੋ ਚੁੱਕੀ ਸਾਰੀ। ਤੇ ਜੇ ਬਾਰਿਸ਼ਾਂ ਦੇ ਟਾਈਮ ਹੋਵੇ, ਉਹ ਰੁਕ ਜਾਣੀ ਸੀ, ਉਹ ਰੁਕੀ ਨਹੀਂ, ਕਿਤੇ ਵੀ ਪ੍ਰਭਾਵਿਤ ਨਹੀਂ ਹੋਈ। ਇਹ ਤੇ ਅਨਨੈਸੈਸਰੀ ਜਿਹੜੇ ਆ ਮਤਲਬ ਐਵੇਂ ਕਾਨੂੰਨ ਸਾਡੇ ਤੇ ਲਾ ਰਹੇ ਆ, ਤੇ ਗੱਲਾਂ ਬਾਤਾਂ ਵਾ ਸਾਡੇ, ਇਹੋ ਜਿਹੀ ਕੋਈ ਗੱਲ ਨਹੀਂ। ਬਾਕੀ ਸਾਨੂੰ ਲਿਮਟ ਤੋਂ ਵਾਂਝੇ ਰੱਖਣਾ, ਸਾਨੂੰ ਸਰਕਾਰੀ ਪੈਸਾ ਜਿਹੜਾ ਕਿਸਾਨਾਂ ਤੱਕ ਪਹੁੰਚੇ ਨਹੀਂ ਦੇਣਾ। ਸਰਕਾਰਾਂ ਨੇ ਆਪ ਹੀ, ਹੁਣ ਇਹਨਾਂ 10 ਦਿਨਾਂ 'ਚ ਕੀ ਕਰਨਾ? ਉੱਥੋਂ ਯੂਪੀ 'ਚੋਂ ਝੋਨਾ ਐਮਪੀ 'ਚੋਂ ਲਿਆਉਣਗੇ, ਇੱਥੇ ਲਿਆ ਕੇ ਪੰਜਾਬ ਦੀਆਂ ਮੰਡੀਆਂ 'ਚ ਵੇਚਣਗੇ ਤੇ ਉਹ ਆਪਣਾ ਪੂਰਤੀ ਜਿਹੜੀ ਕਰਨਗੇ। ਇਸ ਕਰਕੇ ਇਹਨਾਂ ਨੇ ਆਪਣੇ ਵਾਸਤੇ ਇਹਨਾਂ ਨੇ ਡੇਟਾਂ ਗਾਂਹ ਕੀਤੀਆਂ। ਅੰਮ੍ਰਿਤਸਰ ਦੀ ਜਿਹੜੀ ਪ੍ਰਮੁੱਖ ਮੰਡੀ ਹੈ ਦਾਣਾ ਮੰਡੀ ਭਗਤਾਂ ਵਾਲਾ, ਉੱਥੋਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 60,000 ਕੁਇੰਟਲ ਜਿਹੜੀ ਆ ਕੱਲੀ ਪਰਮਲ ਜਿਹਦੀ ਸਰਕਾਰੀ ਖਰੀਦ ਹੁੰਦੀ ਆ ਚੁੱਕੀ ਹੈ। ਜੇਕਰ 10 ਦਿਨ ਹੋਰ ਬੀਤ ਜਾਂਦੇ ਨੇ ਤਾਂ ਇਹ ਗਿਣਤੀ ਹੋਰ ਜਿਹੜੀ ਵੱਧ ਜਾਏਗੀ। ਤੁਹਾਨੂੰ ਲੱਗਦਾ ਕਿ ਜਿਹੜੀ ਉੱਥੇ ਰੇਟ ਮਿਲ ਰਿਹਾ ਹੈ ਉਹ 1700 ਮਿਲ ਰਿਹਾ, ਜਦ ਕਿ ਸਰਕਾਰੀ ਭਾਅ 1960 ਰੁਪਏ ਨੇ? ਕਿਸਾਨਾਂ ਨੂੰ ਕਿੰਨਾ ਵੱਡਾ ਲਾਸ ਹੋ ਰਿਹਾ ਇਹਦੇ ਨਾਲ? ਨਹੀਂ, ਕੱਲ ਮੈਂ ਆਪਣਾ ਝੋਨਾ ਵੀ ਵੇਚ ਕੇ ਗਿਆ, ਕੱਲ 1500 ਮਿਲਿਆ ਸਾਨੂੰ, 1544 ਰੁਪਏ ਲੱਗਾ। ਇਹ ਕਿਸਾਨ ਸਾਡੇ ਸਵੇਰ ਦੇ ਘਰਾਂ 'ਚ ਆਣ ਕੇ ਸਾਡੇ ਕੋਲ ਬਹਿ ਗਏ ਆ, ਉਹ ਆਂਦੇ ਵੀ ਕਰਾਂਗੇ ਕੀ, ਕਿਹੜੇ ਖੂਹ 'ਚ ਜਾਵਾਂਗੇ ਹੁਣ। ਮਤਲਬ ਆਸ ਉਹ ਹੀ ਵੀ ਕਿਸਾਨਾਂ ਨੂੰ ਜਿਹੜੇ 4 ਪੈਸੇ ਮਤਲਬ ਹੁੰਦੇ ਆ ਵੀ ਚੱਲ ਵੱਧ ਵੱਟੇ ਜਾਣ, ਸਾਡਾ ਕਰਜ਼ਾ ਲੱਥ ਜੇ। ਤੇ ਕੱਲ ਵੀ ਮੈਨੂੰ ਇੱਕ ਰਿਸ਼ਤੇਦਾਰ ਫੋਨ ਕਰਨ ਡਿਆ, ਮੰਡੀ ਗਏ, ਚਲੋ ਝੋਲੀਆਂ ਭਰ ਕੇ ਆਓਗੇ, ਜੇਬੇ ਭਰ ਲਿਆ। ਤੇ ਮੈਂ ਇਹਨਾਂ ਨੂੰ ਫੋਨ ਮੈਂ ਵੀ ਇਹ ਤੇ 2 ਸਾਲ ਜੇਬੇ ਸਾਡਾ ਕਰਜ਼ਾ ਨਹੀਂ ਲੱਥਣਾ, ਜੇਬੇ ਕੀ ਭਰਨੇ ਆ। ਤੇ ਸੋ ਸਾਡਾ ਤੇ ਹੁੰਦਾ ਵੀ 4 ਪੈਸੇ ਵੱਟੇ ਜਾਣ ਤੇ ਜਿਹੜੇ ਪਿਛਲਾ ਆੜ੍ਹਤੀਆਂ ਦਾ ਕਰਜ਼ਾ ਲੱਥ ਜੇ। ਅਸੀਂ ਤਾਂ ਕਰਜ਼ਾ ਹੀ ਨਹੀਂ 4-5 ਸਾਲ। ਹਾਂ, ਜੇ ਸਾਨੂੰ ਪੂਰੇ ਰੇਟ ਮਿਲਣ,
ਸਾਨੂੰ ਕਰਜ਼ਾ ਐਰਕਾ ਸਾਲ ਹੀ ਲੱਗ ਜੇ, ਸਾਨੂੰ ਰੇਟ ਹੀ ਨਹੀਂ ਮਿਲਣਾ, ਕਰਜ਼ਾ ਸਾਡੇ ਤੇ ਚੜ੍ਹਦਾ ਜਾਣਾ। ਇਸ ਕਰਕੇ ਸਾਨੂੰ 1500 ਰੁਪਈਆ ਸਰਕਾਰੀ ਖਰੀਦ ਅੰਮ੍ਰਿਤਸਰ ਮੰਡੀ 'ਚ ਨਹੀਂ ਆਉਂਦੀ। ਜੇ ਅੰਮ੍ਰਿਤਸਰ ਮੰਡੀ ਦੀ ਗੱਲ ਕਰੀਏ, ਇੱਥੇ ਸਰਕਾਰੀ ਖਰੀਦ ਲਿਆਉਂਦੇ ਹੀ ਨਹੀਂ। ਪਤਾ ਨਹੀਂ ਕੀ ਕਾਰਨ ਹੈ, ਬੜੇ ਚਿਰ ਦੀ ਲੰਮੇ ਚਿਰ ਦੀ ਸਾਡੀ ਮੰਗ ਹੈ, ਅਸੀਂ ਐਜੀਟੇਸ਼ਨ ਵੀ ਬੜੀ ਕੀਤੀ ਆ, ਪਰ ਸਰਕਾਰੀ ਖਰੀਦ ਆਉਂਦੀ ਨਹੀਂ ਇੱਥੇ। MSP ਜਿਹੜੀ ਆ ਉਹ ਹੈਗੀ ਆ ਪਰਮਲ ਤੇ ਮਿਲ ਰਹੀ ਆ, ਪਰ ਉਹਦਾ ਰੇਟ ਲਾਗੂ ਨਹੀਂ ਹੁੰਦਾ। ਕਿੱਥੇ ਕਮੀ ਹੈ? ਕਮੀ ਸਾਡੇ ਸਿਸਟਮ 'ਚ ਆ, ਕਮੀ ਸਾਡੇ ਇੱਥੇ ਆ ਵੀ ਜਿੱਥੇ ਇਹਨਾਂ ਨੂੰ ਇਹ ਤੇ ਮਤਲਬ ਧਰਨਾ ਐਜੀਟੇਸ਼ਨ ਲਗਾਤਾਰ ਕਰ ਕਰਕੇ ਤੇ ਫਿਰ ਅਸੀਂ ਆ ਸਰਕਾਰੀ ਖਰੀਦ ਆਉਣ ਲੱਗੀ, ਨਹੀਂ ਤਾਂ ਪਹਿਲਾਂ ਆਉਂਦੀ ਨਹੀਂ ਰਹੀ। ਇਹ ਪਹਿਲਾਂ ਆ ਜਿਹੜਾ ਤੁਹਾਨੂੰ ਗੁਰਖ ਧੰਦਾ ਦੱਸਿਆ ਵਾ, ਪਹਿਲਾਂ ਸਿਆਸੀ ਲੋਕ ਆਪਣਾ ਹੀ ਪਾ ਲੈਂਦੇ ਸੀ। ਹੁਣ ਸਾਨੂੰ ਜੋ ਸਮਝ ਲੱਗਣ ਡਈ ਆ, ਤਿਉਂ ਤੋਂ ਅਸੀਂ ਇੱਥੇ ਧਰਨਾ ਐਜੀਟੇਸ਼ਨ ਕਰਨੇ ਆ, ਫਿਰ ਮੰਡੀਆਂ 'ਚ ਖਰੀਦ ਆਉਣ ਡਈ ਆ। ਹੁਣ ਅਸੀਂ ਕਰਾਂਗੇ ਯਾਰਕਾ, ਹੁਣ ਵੇਖੋ ਜਿੱਦਾਂ ਅੱਜ ਅਸੀਂ ਧਰਨਾ ਐਜੀਟੇਸ਼ਨ ਕਰਕੇ ਅਸੀਂ ਕਰਨਾ, ਹੁਣ ਡੇਟ ਹੀ 10 ਦਿਨ ਗਾਂਹ ਪਾਤੀ ਆ। ਹੁਣ ਅਸੀਂ ਬਾਅਦ 'ਚ ਲਿਆਵਾਂਗੇ ਸਹੀ, ਜੇ ਇਹ ਖਾ ਸਕਦੇ ਪੈਸਾ ਤੇ ਕਿਸਾਨਾਂ ਵਾਸਤੇ ਜਿਹੜਾ ਪੈਸਾ ਆ ਇਹਨੂੰ ਥੋੜਾ ਖਾਣ ਦੇਵਾਂਗੇ ਇਹਨਾਂ ਨੂੰ। ਸਿਰਸਾ ਸਾਹਿਬ, ਚਰਚਾ ਹੈ ਕਿ ਕੈਪਟਨ ਸਾਹਿਬ ਦਿੱਲੀ ਗਏ ਸੀ ਤਾਂ ਉਹਨਾਂ ਨੇ ਇਹ ਸਾਰੀ ਗੱਲਬਾਤ ਹੋ ਰਹੀ ਹੈ ਕਿ ਖਰੀਦ ਲੇਟ ਹੋ ਜੇ, ਪੰਜਾਬ ਦੇ ਕਿਸਾਨ ਸਰਕਾਰ ਖੱਜਲ ਖਵਾਰ ਹੋਵੇ ਤੇ ਇੱਕ ਮਾੜਾ ਅਕਸ ਜਿਹੜਾ ਹੈ ਸਰਕਾਰ ਦਾ ਲੋਕਾਂ ਦੇ ਵਿੱਚ ਜਾਵੇ। ਇਹਦੇ ਵਿੱਚ ਕਿੰਨੀ ਕੁ ਸੱਚਾਈ ਮੰਨਦੇ ਹੋ ਤੁਸੀਂ? ਦੇਖੋ, ਬਿਲਕੁਲ ਸੱਚਾਈ ਹੈ ਇਹ, ਕਿਉਂਕਿ ਕੈਪਟਨ ਨਹੀਂ ਚਾਹੁੰਦਾ ਕਿ ਜਿਹੜਾ ਵਾ ਉਹਨੂੰ ਪਹਿਲਾਂ ਜਿਹੜਾ ਵਾ ਸ਼ਾਬਾਸ਼ੇ ਮਿਲਦੀ ਰਹੀ ਹਰ ਵਾਰੀ। ਉਹ ਕਹਿੰਦਾ ਰਿਹਾ ਕਿ 9 ਸੀਜ਼ਨ ਜਿਹੜੇ ਹੁਣ ਦੀ ਜਦੋਂ ਦੀ ਸਰਕਾਰ ਬਣੀ 2017 ਤੋਂ ਬਾਅਦ 9 ਸੀਜ਼ਨਾਂ ਦੀਆਂ ਫਸਲਾਂ ਬੜੀਆਂ ਵਧੀਆ ਵਿਕਦੀਆਂ ਰਹੀਆਂ। ਐਤਕੀ ਉਹ ਪੂਰਾ ਬਦਨਾਮ ਕਰਨਾ ਚਾਹੁੰਦੇ ਸਰਕਾਰ ਨੂੰ, ਪਰ ਸਰਕਾਰ ਦੇ ਬਦਨਾਮ ਕਰਨ ਦੇ ਨਾਲ ਨਾਲ ਉਹ ਕਿਸਾਨਾਂ ਦਾ ਬੜਾ ਵੱਡਾ ਨੁਕਸਾਨ ਕਰ ਰਹੇ ਆ। ਕੈਪਟਨ ਸਾਹਿਬ ਜਿਹੜਾ ਵਾ ਉਹ ਸਭ ਤੋਂ ਵੱਡੇ ਦੁਸ਼ਮਣ ਆਪਾਂ ਇਹ ਕਹਿ ਸਕਦੇ ਕਿ ਕਿਸਾਨੀ ਦੇ ਨੇ, ਕਿਉਂਕਿ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜਾ MSP ਤੇ ਨਹੀਂ ਵਿਕਦਾ, ਇਹ ਜਿਹੜੇ ਲੀਡਰ ਆ ਉਹ ਵਿਕਣ ਦੇਣਾ ਹੀ ਨਹੀਂ ਚਾਹੁੰਦੇ, ਕਿਉਂਕਿ ਜੇ MSP ਤੇ ਵਿਕੂਗਾ ਸਾਰੀ ਜਗ੍ਹਾ ਤੇ ਫਿਰ ਉਹਨਾਂ ਨੂੰ ਵੇਚਣ ਦਾ ਮੌਕਾ ਨਹੀਂ ਮਿਲਣਾ। ਉਹ ਕਿਤੇ ਇੱਕ ਜਗ੍ਹਾ ਤੋਂ ਲੈ ਕੇ ਦੂਜੀ ਜਗ੍ਹਾ ਤੇ ਵੇਚਣਗੇ, ਇਹਦਾ ਦਾ ਮੌਕਾ ਨਹੀਂ ਮਿਲਦਾ। ਪਰ ਜਦੋਂ MSP ਤੇ ਨਹੀਂ ਵਿਕੂਗਾ, ਘੱਟ ਰੇਟ ਤੇ ਵਿਕੂਗਾ, ਇਹ ਘੱਟ ਰੇਟ ਵਾਲੀ ਜਗ੍ਹਾ ਤੋਂ ਖਰੀਦਣਗੇ, ਔਰ ਜਿੱਥੇ MSP ਤੇ ਵਿਕਣਾ ਵਾ ਉੱਥੇ ਇਹਨਾਂ ਦੀਆਂ ਧੜੱਲੇ ਨਾਲ ਜਿਹੜਾ ਵਾ ਉਹ ਪੈਂਦੀ ਹੈ। ਇਹਨਾਂ ਦੀ ਜਿਹੜੀ ਸਰਕਾਰੀ ਖਰੀਦ ਦੇ ਵਿੱਚ ਜਿਹੜਾ ਉਹੀ ਝੋਨਾ ਜਿਹੜਾ ਪਹਿਲਾਂ UP ਤੋਂ ਆਉਂਦਾ ਜਾਂ ਹੋਰ ਰਾਜਾਂ ਤੋਂ ਆਉਂਦਾ, ਇੱਥੋਂ ਤੱਕ ਕਿ ਪੰਜਾਬ ਦੀਆਂ ਹੀ ਇੱਕ ਮੰਡੀ ਚੋਂ ਇਹ ਖਰੀਦਦੇ ਆ, ਥੋੜਾ ਜਿਹਾ ਨਾਲ ਦੀ 10 ਕਿਲੋਮੀਟਰ ਜਾ ਕੇ ਦੂਜੀ ਮੰਡੀ 'ਚ ਵੇਚਦੇ ਆ। ਬੜੇ ਇਦਾਂ ਦੇ ਜਿਹੜੇ ਅਸੀਂ ਕੇਸ ਪਿਛਲੇ ਸਾਲਾਂ ਦੇ ਵਿੱਚ ਫੜੇ ਆ, ਜਿਹੜੇ ਵੀ ਜਿੰਨੇ ਵੀ ਨੇਤਾ ਹੈਗੇ ਆ ਸਾਰਿਆਂ ਦਾ ਕੰਮ ਹੀ ਇਹੋ ਆ, ਉਹ ਕਿਸਾਨਾਂ ਨੂੰ ਲੁੱਟਣ ਤੇ 24 ਘੰਟੇ ਰਹਿੰਦੇ ਆ। ਬਹੁਤ ਵੱਡੀ ਲੁੱਟ ਹੋ ਰਹੀ ਹੈ ਕਿਸਾਨਾਂ ਦੀ। ਬੋਕਸ ਬਿਲਿੰਗ ਹਰ ਵਾਰੀ ਬਹੁਤ ਹੁੰਦੀ ਆ, ਇਸ ਵਾਰ ਤੁਸੀਂ ਥੋੜਾ ਚੈੱਕ ਰੱਖੋਗੇ ਜਥੇਬੰਦੀਆਂ ਵੱਲੋਂ? ਦੇਖੋ, ਅਸੀਂ ਪਿਛਲੇ ਕੁਝ ਕੁ ਸਾਲਾਂ ਤੋਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਅਸੀਂ ਜਿਹੜਾ ਵਾ ਇਸ ਚੀਜ਼ ਦਾ ਧਿਆਨ ਰੱਖੀਏ, ਵੱਧ ਤੋਂ ਵੱਧ ਜਿਹੜਾ ਵਾ ਆਮ ਕਿਸਾਨਾਂ ਦੀ ਜਿਹੜੀ ਲੁੱਟ ਹੁੰਦੀ ਆ ਉਹਨੂੰ ਰੋਕ ਸਕੀਏ, ਕਿਉਂਕਿ ਲੀਡਰਾਂ ਨੇ ਤੇ ਹਰ ਟਾਈਮ ਲੁੱਟ ਕਰਨੀ ਹੈ, ਚਾਹੇ ਕੋਈ ਛੋਟਾ ਲੀਡਰ ਹੈ ਚਾਹੇ ਵੱਡਾ ਲੀਡਰ ਹੈ। ਸਿਰਫ ਜਥੇਬੰਦੀਆਂ ਹੀ ਆ ਜਿਨ੍ਹਾਂ ਦੇ ਕਰਕੇ ਕਿਸਾਨਾਂ ਦੀ ਲੁੱਟ ਜਿਹੜੀ ਆ ਉਹ ਘਟਦੀ ਆ, ਔਰ ਅਸੀਂ ਇਸ ਵਾਰ ਵੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜਿਹੜਾ ਵਾ ਉਹ ਲੁੱਟ ਨੂੰ ਜਿਹੜਾ ਰੋਕਿਆ ਜਾ ਸਕੇ। ਸਾਡੇ ਨਾਲ ਦੁਧਾਲਾ ਸਾਹਿਬ ਨੇ। ਦੁਧਾਲਾ ਸਾਹਿਬ, ਕਿਵੇਂ ਮੰਨਦੇ ਹੋ ਕਿੰਨਾ ਕੁ ਨੁਕਸਾਨ ਹੋਏਗਾ ਸਰਕਾਰ ਦੇ ਇਸ ਫੈਸਲੇ ਦੇ ਨਾਲ? ਵੇਖੋ ਜੀ, ਇਹ ਤੇ ਕਿਸਾਨੀ ਨੂੰ ਮਰੀ ਨੂੰ ਮਾਰਨ ਦੀ ਗੱਲ ਆ ਸਰਕਾਰ ਦੀ। ਇਹ ਮਿਲ ਕੇ ਸਾਰਾ ਕੁਝ ਹੋ ਰਿਹਾ ਵਾ। ਸਰਕਾਰਾਂ ਜਿਹੜੀਆਂ ਵਾ ਇਸ ਵੇਲੇ ਕਿਸਾਨ ਵਿਰੋਧੀ ਆ। ਜੇ ਕਿਸਾਨ ਵਿਰੋਧੀ ਨਾ ਹੋਣ ਤੇ ਇਹ ਬਕਾਇਦਾ ਤੌਰ ਦੇ ਉੱਤੇ ਜਿਹੜੀ ਨਰਮੇ ਦੀ ਬੈਲਟ ਆ ਉਹ ਸਾਰੀ ਬਰਬਾਦ ਹੋ ਚੁੱਕੀ ਆ, ਉਹਦੇ ਵਾਸਤੇ ਕੋਈ ਅਨਾਉਂਸ ਕਰਦੀ, ਕੁਝ ਅਨਾਉਂਸ ਨਹੀਂ ਕੀਤਾ। ਇਸੇ ਤਰ੍ਹਾਂ ਹੀ ਸਾਡਾ ਜਿਹੜਾ ਹੁਣ ਤੱਕ ਝੋਨਾ ਆ ਗਿਆ ਵਾ, ਜਿਹੜਾ ਮੰਨ ਲਓ ਸਰਕਾਰੀ ਰੇਟ ਤੇ ਵਿਕਣਾ ਸੀ, ਉਹਦੇ ਚੋਂ ਕਰੋੜਾਂ ਰੁਪਈਆ ਇਹਨਾਂ ਨੇ ਖੱਟ ਲਿਆ, ਕਿਉਂਕਿ ਉਹ 1960 ਰੁਪਈਏ ਕੀਮਤ ਆ ਤੇ ਹੁਣ 1500, 1550, 1600 ਰੁਪਈਆ ਵਿਕ ਰਹੀ ਆ। 300 ਰੁਪਈਆ ਜੇ ਪ੍ਰਤੀ ਕੁਇੰਟਲ ਵਿਕ ਰਹੀ ਆ ਤੇ ਹੋਰ 10 ਦਿਨਾਂ ਨੂੰ ਇਹ ਬਹੁਤ ਜ਼ਿਆਦਾ ਕਰੋੜਾਂ ਨਹੀਂ ਅਰਬਾਂ ਖਰਬਾਂ ਦਾ ਜਿਹੜਾ ਵਾ ਕਿਸਾਨਾਂ ਦਾ ਨੁਕਸਾਨ ਹੋ ਜਾਣਾ। ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਦੱਬੇ ਆ, ਖੁਦਕਸ਼ੀਆਂ ਕਰਨ ਦੇ ਰਾਹ ਪਏ ਆ। ਸੋ ਇੱਕ ਤੇ ਕਿਸਾਨਾਂ ਨੂੰ ਦਿੱਲੀ ਬਾਰਡਰਾਂ 'ਤੇ ਬਹਿਣਾ ਪਿਆ, ਦੂਸਰਾ ਇੱਥੇ ਉਹਨਾਂ ਦੀ ਲੁੱਟ ਹੋ ਰਹੀ ਆ। ਇਹ ਲੁੱਟ ਦਾ ਮਤਲਬ ਜਿਹੜਾ ਕੋਈ ਨਾ ਕੋਈ ਪ੍ਰਬੰਧ ਦੇ ਵਿੱਚ ਜਿਹੜੀਆਂ ਖਾਮੀਆਂ ਵਾ ਉਹਨਾਂ ਨੂੰ ਜੇ ਦੂਰ ਨਾ ਕੀਤਾ ਗਿਆ, ਕਿਸਾਨਾਂ ਨੇ ਨਾ ਇਹਦੇ ਤੇ ਪ੍ਰੋਟੈਸਟ ਕੀਤੇ, ਨਾ ਮਜ਼ਦੂਰਾਂ ਨੇ ਪ੍ਰੋਟੈਸਟ ਕੀਤੇ, ਤੇ ਜ਼ਿੰਦਗੀ ਜਿਹੜੀ ਆ ਹੋਰ ਵੀ ਔਖੀ ਹੋਣੀ ਆ। ਇਸ ਕਰਕੇ ਮੈਂ ਇਹ ਸਮਝਦਾ ਕਿ ਇਹਨੂੰ ਛੇਤੀ ਤੋਂ ਛੇਤੀ ਖਰੀਦ ਨੂੰ ਜਿਹੜਾ ਵਾ ਚਾਲੂ ਕਰ ਦੇਣਾ ਚਾਹੀਦਾ, ਤਾਂ ਜੋ ਮਤਲਬ ਇਹ ਖਰੀਦ ਦੇ ਨਾਲ ਹੋਣ ਵਾਲਾ ਜਿਹੜਾ ਫਾਇਦਾ ਵਾ ਥੋੜ੍ਹਾ ਬਹੁਤਾ ਕਿਸਾਨਾਂ ਨੂੰ ਹੋ ਸਕੇ। ਆਰਜੀਤ ਜੀ, ਆਖਰੀ ਸਵਾਲ ਲਊਂਗਾ। ਕੈਪਟਨ ਸਾਹਿਬ ਦਿੱਲੀ ਗਏ ਸੀ, ਗਰਮਜੋਸ਼ੀ ਨਾਲ ਭਾਜਪਾ ਵੱਲੋਂ ਸਵਾਗਤ ਕੀਤਾ ਗਿਆ ਉਹਨਾਂ ਦਾ। ਤੁਸੀਂ ਕੀ ਮੰਨਦੇ ਹੋ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਕੀਤੀ ਕਿ ਮੈਂ ਖੇਤੀ ਕਾਨੂੰਨ ਜਿਹੜਾ ਰੱਦ ਕਰਨ ਵਾਸਤੇ ਗੱਲ ਕੀਤੀ, ਉਹਨੂੰ ਸੰਜੀਦਗੀ ਦੇ ਨਾਲ ਲਿਆ ਜਾ ਰਿਹਾ ਹੈ, ਉਹ ਆਪਣਾ ਜਿਹੜੀ ਸਿਆਸੀ ਸਫਾ ਉਹ ਵੀ ਤਲਾਸ਼ ਰਹੇ ਨੇ, ਜਾਂ ਖੇਤੀ ਕਾਨੂੰਨ ਵਾਕਿਆ ਹੀ ਉਸ ਇੰਨੇ ਸੰਜੀਦਾ ਨੇ ਕਿ ਉਹ ਵਾਪਸ ਕਰਾ ਲੈਣਗੇ? ਮੁੱਖ ਮੰਤਰੀ ਹੁੰਦੇ ਉਹਨਾਂ ਨੇ ਇਹ ਕੰਮ ਕਿਉਂ ਨਹੀਂ ਕੀਤੇ? ਵੇਖੋ, ਜੇ ਕੈਪਟਨ ਅਮਰਿੰਦਰ ਸਿੰਘ, ਮੈਨੂੰ ਇਹ ਨਹੀਂ ਲੱਗਦਾ ਵੀ ਜੇ ਤੁਸੀਂ 9.5 ਸਾਲ CM ਰਹੇ ਜੇ ਤੇ ਆਪਣੀ ਪਾਰਟੀ ਪ੍ਰਤੀ ਵਫਾਦਾਰ ਤੁਹਾਨੂੰ ਰਹਿਣਾ ਚਾਹੀਦਾ ਵਾ। ਅੱਜ ਜੇ ਤੁਹਾਨੂੰ ਠੀਕ ਆ ਤੁਸੀਂ ਕੰਮ ਨਹੀਂ ਕੀਤੇ, 4.5 ਸਾਲ ਤੁਸੀਂ ਆਪਣੀ ਤੁਹਾਡੀ ਨਲਾਇਕੀ ਕਰਕੇ
ਤੁਸੀਂ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਰਹੇ। ਤੁਸੀਂ ਲੋਕਾਂ ਦੇ ਚੁਣੇ ਹੋਏ ਸੀ ਤੇ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਤੁਸੀਂ ਚਲਾਉਣਾ ਸੀ, ਤੁਸੀਂ ਚਲਾ ਨਹੀਂ ਸਕੇ। ਸਰਕਾਰ ਨੇ ਤੁਹਾਨੂੰ, ਆਪਣੀ ਸਰਕਾਰ ਨੇ ਤੁਹਾਨੂੰ ਲਾਇਆ ਵਾ ਤੁਹਾਡੀਆਂ ਨਾਕਾਮੀਆਂ ਕਰਕੇ। ਤੁਸੀਂ ਬੀਜੇਪੀ ਦਾ ਹੱਥ ਆਰਥਿਕ ਤੋਂ ਫੰਡ ਹੈ। ਬੀਜੇਪੀ ਉਹ ਸਰਕਾਰ ਹੈ ਜਿਹੜੀ ਲੋਕ ਵਿਰੋਧੀ ਹੈ ਤੇ ਕਿਸਾਨ ਵਿਰੋਧੀ ਵੀ ਆ, ਜਿਨ੍ਹਾਂ ਨੇ ਆ ਪਿੱਛੇ ਜੇ ਤੁਸੀਂ ਆ ਵੇਖਿਆ ਵੀ ਆ ਜਿਹੜੀ ਕਾਰਾਂ ਦੀਆਂ ਜਿਹੜੀਆਂ ਏਜੰਸੀਆਂ ਵਾ ਇਹਨਾਂ ਕੋਲ ਪੈਸੇ ਚੱਕੇ ਆ, ਇਹਨਾਂ ਕੋਲ ਪਾਰਟੀ ਫੰਡ ਲਿਆ ਵਾ। ਉਸ ਦੇ ਬਦੌਲਤ ਹੈ ਜਿਹੜੀ ਆ ਫਾਰਚੂਨਰ ਕਾਰ 5-5 ਲੱਖ ਰੁਪਇਆ ਰੇਟ ਵਧਾਤਾ। ਜਿਹੜੀ ਫੋਰਡ ਇੱਥੋਂ ਦੀ ਫੋਰਡ ਨੇ ਆਪਣੀ ਮੈਨੂਫੈਕਚਰ ਪਲਾਂਟ ਹੀ ਬੰਦ ਕਰਤੇ ਸਾਰੇ, ਉਹ ਫੋਰਨ ਚਲ ਗਈ ਆ। ਉਹ ਆਂਦੇ ਅਸੀਂ ਇਹਨਾਂ ਨੂੰ ਦੇ ਨਹੀਂ ਸਕਦੇ ਮਤਲਬ ਜਿਹੜੀ ਲੋਕ ਵਿਰੋਧੀ ਪਾਰਟੀ ਉਹਨਾਂ 'ਚ ਜਾ ਕੇ ਰਲ ਲਾ ਤੇ ਜਿਹੜਾ ਕਿਸਾਨਾਂ ਦੀ ਮੂਵਮੈਂਟ ਨੂੰ ਫੇਲ ਕਰਨਾ। ਕਿਸਾਨਾਂ ਦੇ ਬੀਜੇਪੀ ਕੀ ਚਾਹੁੰਦੀ ਆ ਵੀ ਸਾਡਾ ਕੋਈ ਚਿਹਰਾ ਸਿੱਖ ਚਿਹਰਾ ਕੇ ਆਵੇ, ਅਸੀਂ ਉਹਦਾ ਕ੍ਰੈਡਿਟ ਉਹਨੂੰ ਦਈਏ ਤੇ ਵੋਟ ਬੈਂਕ ਵੀ ਹਾਸਲ ਕਰੀਏ ਤੇ ਇਹ ਕਾਨੂੰਨ ਵੀ ਰੱਦ ਕਰੀਏ। ਕਾਨੂੰਨ ਤੇ ਅੱਜ ਨਹੀਂ ਕੱਲ ਨੂੰ ਰੱਦ ਕਰਨੇ ਪੈਣੇ। ਉਹ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਕਾਨੂੰਨ ਰੱਦ ਕਰਨੇ ਪੈਣੇ ਆ। ਉਹ ਕਿਸੇ ਤਰੀਕੇ ਨਾਲ ਉਹਦਾ ਕਾਨੂੰਨ ਰੱਦ ਕਰਾਉਣ ਦਾ ਵੀ ਫਾਇਦਾ ਆਪ ਲੈਣਾ ਚਾਹੁੰਦੇ ਆ, ਪਰ ਲੋਕ ਬੜੇ ਸਿਆਣੇ ਆ। ਲੋਕ ਇਹ ਕੈਪਟਨ ਦੀ ਤੇ ਮੋਦੀ ਦੀ ਚਾਲ 'ਚ ਨਹੀਂ ਆਉਣਗੇ। ਆਖਰੀ ਸਵਾਲ ਮੈਂ ਲਊਂਗਾ ਕਿ ਜੇਕਰ ਕੈਪਟਨ ਸਾਹਿਬ ਨੂੰ ਜਿਸ ਤਰ੍ਹਾਂ ਚਰਚਾ ਚੱਲਦੀ ਕਿ ਕੇਂਦਰ ਦੇ ਵਿੱਚ ਮੰਤਰੀ ਬਣਾ ਕੇ, ਖਾਸ ਤੌਰ ਤੇ ਖੇਤੀਬਾੜੀ ਮੰਤਰੀ ਬਣਾ ਕੇ ਜੇਕਰ ਕਾਨੂੰਨ ਵਾਪਸ ਲਏ ਜਾਂਦੇ ਨੇ ਤਾਂ ਤੁਹਾਡੀ ਕੀ ਪ੍ਰਤੀਕਿਰਿਆ ਹੋਵੇਗੀ? ਵੇਖੋ ਖੇਤੀਬਾੜੀ ਮੰਤਰੀ ਲਾਉਣ, ਪਰ ਮੈਨੂੰ ਜਿਹਨੇ ਪੰਜਾਬ ਨਹੀਂ ਚਲਾ ਸਕਿਆ ਦੇਸ਼ ਕੀ ਚਲਾ ਲੂਗਾ। ਮੈਨੂੰ ਤੇ ਇਹ ਆ ਵੀ ਮਤਲਬ ਇੱਕ ਬੰਨੇ ਤੁਹਾਨੂੰ ਪਤਾ ਵਾ ਪਾਕਿਸਤਾਨ ਨਾਲ ਆਪ ਇਹਦੇ ਉਦੋਂ ਦੀ ਪ੍ਰੈਸ ਨਾਲ ਉਹਦੇ ਸੰਬੰਧ ਆ, ਤੇ ਦੂਜੇ ਬੰਨੇ ਜਿਹੜੇ ਬੰਦੇ ਨੇ ਸਾਡਾ ਲਾਂਘਾ ਖਿਲਾਇਆ ਸਿੱਧੂ ਨੇ, ਉਹਦਾ ਨਾਂ ਬਦਨਾਮ ਕਰਨ ਦਿਆ ਵੀ ਇਹਦੇ ਕਰਕੇ ਸਾਡੇ ਭਾਰਤ ਨੂੰ ਖਤਰਾ ਵਾ, ਸਾਡਾ ਭਾਰਤ ਦੀ ਲੋਕਤੰਤਰ ਨੂੰ ਖਤਰਾ। ਐਵੇਂ ਲੋਕਾਂ ਤੇ ਇਲਜ਼ਾਮ ਲਾ ਰਿਹਾ ਨਖੱਟੂ ਆ ਪਿਆ। ਤੇ ਮੈਨੂੰ ਨਹੀਂ ਇਹਦਾ ਲੱਗਦਾ ਵੀ ਇਹਦਾ ਕੋਈ ਬਹੁਤਾ ਫਾਇਦਾ ਨਾ, ਇਹਦਾ ਨੁਕਸਾਨ ਜ਼ਰੂਰ ਦੇਸ਼ ਨੂੰ ਪਹੁੰਚਾ ਸਕਦਾ ਪਰ ਫਾਇਦਾ ਨਹੀਂ ਦੇਸ਼ ਨੂੰ ਚੇ ਸਕਦਾ। ਵੇਖੋ ਇਹਦੇ ਮੈਂ ਆਪ ਮਿਲਿਆ ਇਹਨੂੰ, ਮੈਂ ਇੱਕ ਗੱਲ ਹੁਣ ਜਾ ਕੇ ਮਿਲੀ ਆ, 15 ਦਿਨ ਪਹਿਲਾਂ ਸਾਡੀ ਮੀਟਿੰਗ ਹੋਈ ਆ। ਇੱਕ ਗੱਲ ਮੈਂ ਸੀਐਮ ਸਾਹਿਬ ਦੀ ਗਾੜੀ ਰੱਖੀ, ਮੈਂ ਸੀਐਮ ਸਾਹਿਬ ਮੈਂ ਪੰਜਾਬ ਦੇ ਮਸਲੇ ਤੇ ਗੱਲ ਕਰਨੀ, ਮੈਂ ਸੈਂਟਰ ਦੇ ਨਹੀਂ, ਜਿਹੜੇ ਤੁਹਾਡੇ ਹੱਕਾਂ ਹਕੂਕਤਾਂ ਵਿੱਚ ਤੁਹਾਡੇ ਦਾਇਰੇ ਦੇ ਵਿੱਚ ਆ ਮੈਂ ਉਹ ਗੱਲ ਕਰੂੰ। ਨਕਲੀ ਦੁੱਧ ਬੰਦ ਕਰ ਦਿਓ ਆਂਦੇ, ਜੇ ਨਕਲੀ ਦੁੱਧ ਬੰਦ ਕਰਤਾ ਸਾਨੂੰ ਵੀ ਪਤਾ ਨਕਲੀ 50 ਤੋਂ 60% ਵਿਕਣ ਡਿਆ, ਜੇ ਨਕਲੀ ਬੰਦ ਕਰਤਾ ਅੱਜ 100 ਰੁਪਏ ਤੋਂ ਟੱਪ ਜਾਣਾ। ਤੇ ਮਹਾ ਜੀ ਲੋਕੀ ਜ਼ਹਿਰ ਤਾਂ ਨਾ ਖਾਣਗੇ, ਲੋਕਾਂ ਦੇ ਜ਼ਹਿਰ ਤਾਂ ਨਾ ਮੂੰਹ 'ਚ ਪਊਗਾ। ਲੋਕਾਂ ਨੂੰ ਜੇ ਪਤਾ ਲੱਗਾ ਜ਼ਹਿਰ ਹੈ ਤਾਂ ਲੋਕੀ ਖਾਣਗੇ ਨਹੀਂ। ਕੰਦੋਲੇ ਪ੍ਰਦੇਸ਼ ਆ, ਲੋਕਾਂ ਨੂੰ ਕੀ ਪਤਾ ਉਹ ਪੈਕਿੰਗ ਦੇ ਵਿੱਚ ਕੀ ਮਿਲਣ ਡਿਆ ਵਾ। ਇਸ ਕਰਕੇ ਕਹਿੰਦੇ ਸਾਨੂੰ ਪਤਾ ਸਾਰਾ ਪਰ ਅਸੀਂ ਨਹੀਂ ਬੰਦ ਕਰ ਸਕਦੇ, ਅਸੀਂ ਵੋਟ ਨਹੀਂ ਲੈਣੀ। ਆਹ ਬਿਆਨ ਸੀ ਸਾਡੇ ਮੁੱਖ ਮੰਤਰੀ ਜੀ। ਜਿਹੜਾ ਨਕਲੀ ਦੁੱਧ ਨਹੀਂ ਪੰਜਾਬ 'ਚੋਂ ਬੰਦ ਕਰ ਸਕਿਆ, ਚਾਈਨਾ ਡੋਰ ਨਹੀਂ ਬੰਦ ਕਰ ਸਕਿਆ, ਤੇ ਉਹ ਸਾਡੇ ਪੰਜਾਬ ਨੂੰ ਕੀ ਮਤਲਬ ਸੇਧ ਦਊ, ਸਾਡੀ ਕਿਸਾਨੀ ਨੂੰ ਕੋਈ ਸੇਧ ਦਊਗਾ। ਇਸ ਕਰਕੇ ਇਹਦੇ ਰਹਿੰਦੇ ਅਸੀਂ ਇੰਨੇ ਮਸਲੇ ਚੱਕੇ ਆ। ਸਾਡੇ ਇੱਥੇ ਪੰਜਾਬ ਦਾ ਮੁੱਖ ਮੰਤਰੀ ਹੋ ਕੇ ਪੰਜਾਬ ਦਾ ਨਹੀਂ ਕੱਖ ਸਵਾਰ ਸਕਦਾ, ਖੇਤੀਬਾੜੀ ਮੰਤਰੀ ਬਣ ਕੇ ਨੇ ਕੀ ਸਵਾਰਨਾ ਵਾ। ਬਿਲਕੁਲ ਫੇਲ ਜਿਹੜਾ ਹੈਗਾ ਵਾ ਖੇਤੀ ਮੰਤਰੀ, ਫੇਲ ਮੰਤਰੀ ਰਹੂਗਾ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਕਿਸਾਨ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਇਹ ਖਰੀਦ 10 ਦਿਨ ਅੱਗੇ ਪਾ ਦਿੱਤੀ ਗਈ ਹੈ। ਬਹੁਤ ਹੀ ਕਿਸਾਨ ਮਾਰੂ ਲੋਕ ਮਾਰੂ ਫੈਸਲਾ ਹੈ ਤਾਂ ਜਿਸ ਨੂੰ ਤੁਰੰਤ ਵਾਪਸ ਲੈ ਕੇ ਉਸ ਨੂੰ ਜਲਦ ਤੋਂ ਜਲਦ ਸਰਕਾਰੀ ਖਰੀਦ ਸ਼ੁਰੂ ਕਰਾਉਣੀ ਚਾਹੀਦੀ ਹੈ। ਹਰਿੰਦਰ ਸਿੰਘ ਦੇ ਨਾਲ ਸੁਰਿੰਦਰਪਾਲ ਸਿੰਘ ਵਰਪਾਲ, ਅੰਮ੍ਰਿਤ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।